हाँ जी दोस्तों, राधा स्वामी जी ਸਾਰਿਆਂ ਨੂੰ। ਇੱਕ ਖਬਰ ਆ ਜੋ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਆ। ਇਹ ਫੋਟੋ ਜੋ ਤੁਸੀਂ ਦੇਖ ਰਹੇ ਹੋ, ਬਜ਼ੁਰਗ ਜੀ ਹੈਗੇ ਨੇ। ਇਹ ਮੀਡੀਆ ਵਿੱਚ ਵੀ ਇਹਨਾਂ ਦੀ ਖਬਰ ਆਈ ਆ। ਪਹਿਲਾਂ ਤੁਹਾਨੂੰ ਖਬਰ ਪੜ੍ਹ ਕੇ ਸੁਣਾਉਣਾ। ਹਿੰਦੀ ਜਾਣਨੇ ਵਾਲੇ ਭਾਈ ਵੀ ਪੰਜਾਬੀ ਤੋਂ ਸਮਝ ਹੀ ਸਕਦੇ हैं। ਕਿਰਾਏ ਦੇ ਮਕਾਨ 'ਚ ਰਹਿਣ ਵਾਲਾ ਬਜ਼ੁਰਗ ਰਾਤੋਂ ਰਾਤ ਬਣਿਆ ਕਰੋੜਪਤੀ। ਬਜ਼ੁਰਗ ਵਿਅਕਤੀ ਨੂੰ ਨਿਕਲੀ 6 ਕਰੋੜ ਰੁਪਏ ਦੀ ਲੋਟਰੀ। ਬਜ਼ੁਰਗ ਨੇ 500 ਰੁਪਏ ਦੀ ਖਰੀਦੀ ਸੀ ਲਾਟਰੀ ਦੀ ਟਿਕਟ। 15 ਤੋਂ 20 ਸਾਲ ਤੋਂ ਲਗਾਤਾਰ ਲੈ ਰਿਹਾ ਸੀ ਟਿਕਟ। ਕੀ ਬਾਤ ਹੈ ਦੋਸਤੋ। ਬਜ਼ੁਰਗ ਨੇ ਕਿਹਾ, ਪਹਿਲਾਂ ਰਾਧਾ ਸਵਾਮੀ ਸਤਸੰਗ ਬਿਆਸ 'ਚ ਕਰਾਂਗਾ ਸੇਵਾ ਅਤੇ ਫਿਰ ਬਣਾਵਾਂਗਾ ਆਪਣਾ ਮਕਾਨ। ਤਾਂ ਦੋਸਤੋ, ਇਹ ਬਜ਼ੁਰਗ ਜੀ ਰਾਧਾ ਸਵਾਮੀ ਸੀਗੇ, सत्संगी ने। ये बुज़ुर्ग भी सेवादार ने। हिंदी में भी खबर है, किराए के मकान में रहने वाला बुज़ुर्ग बना रातों रात करोड़पति। बुज़ुर्ग व्यक्ति को निकली 6 करोड़ की लॉटरी। बुज़ुर्ग ने 500 रुपये की ली थी टिकट। 15 से 20 सालों से ले रहा था टिकट। बुज़ुर्ग ने कहा, पहले करूँगा राधा स्वामी सत्संग ब्यास में सेवा, फिर बनाऊँगा अपना मकान। ਤਾਂ ਦੋਸਤੋ, ਇਹ ਬਜ਼ੁਰਗ ਜੀ ਦੀ ਤੁਸੀਂ ਕਹਿ ਲਓ ਕਿ ਇੱਛਾ ਪੂਰੀ ਹੋ ਗਈ ਆ। 6 ਕਰੋੜ ਰੁਪਇਆ ਥੋੜ੍ਹਾ ਨਹੀਂ ਹੁੰਦਾ। ਇਹਨਾਂ ਦੀ ਲੋਟਰੀ ਲੱਗੀ ਆ। ਕੌਣ ਦੋਸਤ ਇਹਨਾਂ ਨੂੰ ਜਾਣਦਾ ਵਾ? ਇਹ ਕਿੱਥੇ ਦੇ ਰਹਿਣ ਵਾਲੇ ਨੇ? ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਇਹਨਾਂ ਨੂੰ ਜਾਣਨ ਵਾਲੇ। ਇਹਨਾਂ ਦਾ ਇੰਟਰਵਿਊ ਵੀ ਹੈਗਾ ਵਾ, ਵੀਡੀਓ ਵੀ ਆ, ਲੇਕਿਨ ਉਹ ਮੈਂ ਥੋੜ੍ਹੀ ਕੋਸ਼ਿਸ਼ ਕੀਤੀ ਸੀ ਲੱਭਣ ਦੀ। ਲੇਕਿਨ ਫਿਲਹਾਲ ਤੁਸੀਂ ਇਹ ਖਬਰ ਜ਼ਰੂਰ ਸੁਣ ਸਕਦੇ ਹੋ। ਇਹਨਾਂ ਦਾ ਚਿਹਰਾ ਵੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ, ਇਹਨਾਂ ਦੀ ਫੋਟੋ, ਇਹ ਬਜ਼ੁਰਗ ਜੀ ਦੀ ਨੂੰ। ਹੁਣ ਆਪਾਂ ਦੋਸਤੋ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੀ ਕਿਸਮਤ 'ਚ ਹੋਣਾ ਇਹ ਸਭ, ਇਹ ਲੋਟਰੀ ਲੱਗਣਾ ਇਹਨਾਂ ਦੀ ਕਿਸਮਤ ਵਿੱਚ ਹੋਣਾ। ਅਤੇ ਦੂਜੇ ਪਹਿਲੂ ਤੋਂ ਆਪਾਂ ਜੇ ਦੇਖੀਏ ਤਾਂ ਇਹਨਾਂ ਨੇ ਉਸ ਲੋਟਰੀ ਲਈ ਯਤਨ ਕੀਤਾ, ਐਫਰਟਸ ਕੀਤੇ, ਜੋ ਕਿੰਨੇ ਲਿਖਿਆ ਹੋਇਆ ਸੀ ਇੱਥੇ, 15-20 ਸਾਲ। 15-20 ਸਾਲ ਤੋਂ ਇਹ ਟਿਕਟ ਲੈ ਰਹੇ ਸੀ। ਹੁਣ ਦੋਸਤੋ, ਜੇ ਆਪਾਂ ਦੋਨੋਂ ਪਹਿਲੂਆਂ ਤੋਂ ਦੇਖੀਏ ਤਾਂ ਇੱਕ ਪਾਸੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਨਾਂ ਦੀ ਕਿਸਮਤ ਸੀ। ਦੂਜੇ ਪਾਸੇ ਆਪਾਂ ਐਫਰਟਸ ਵੀ ਦੇਖ ਸਕਦੇ ਹਾਂ। ਜਿਵੇਂ ਬਾਬਾ ਜੀ ਕਹਿੰਦੇ ਆ, ਇਹ ਐਫਰਟਸ ਵੀ ਤਾਂ ਸਾਈਡ ਬਾਏ ਸਾਈਡ ਕਰ ਰਹੇ ਸੀ। ਤਾਂ ਇਹੀ ਐਕਸਪੀਰੀਅੰਸ ਸਾਨੂੰ, ਇਹੀ ਸਿੱਖਣ ਵਾਸਤੇ ਸਾਨੂੰ ਇਹ ਜ਼ਿੰਦਗੀ ਮਿਲੀ ਆ ਕਿ ਇੱਕ ਪਾਸੇ ਆਪਾਂ ਐਫਰਟਸ ਕਰੀਏ, ਦੂਜੇ ਪਾਸੇ ਆਪਾਂ ਸਭ ਕੁਝ ਉਹਦੇ ਭਾਣੇ ਵਿੱਚ ਖੁਸ਼ ਰਹੀਏ। ਇਹ ਤਾਂ ਜਿਵੇਂ ਸੰਤ ਮਹਾਤਮਾ ਕਹਿੰਦੇ ਆ ਕਿ ਜੋ ਕਿਸਮਤ ਵਿੱਚ ਹੋਣਾ ਵਾ ਉਹ ਹੋਣਾ ਹੀ ਆ, ਲੇਕਿਨ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ। ਵਿਦਆਊਟ ਐਫਰਟਸ ਕਿਸੇ ਨੂੰ ਕੋਈ ਚੀਜ਼ ਨਹੀਂ ਮਿਲਦੀ। ਇੱਥੋਂ ਇਹ ਚੀਜ਼ ਸਾਬਿਤ ਹੁੰਦੀ ਆ। ਹੁਣ ਜਿਵੇਂ ਇੱਕ ਹੋਰ ਐਗਜ਼ਾਮਪਲ ਲਈਏ ਤਾਂ ਸਮਝ ਲਓ ਕਿਸੇ ਤੋਂ ਕੁਝ ਗੁੱਸੇ ਨਾਲ ਬੋਲਿਆ ਜਾਵੇ ਤਾਂ ਉਹ ਤੋਂ ਉਹ ਚੀਜ਼ ਕਹਿ ਲਓ ਕਿ ਉਹਦੀ ਜ਼ੁਬਾਨ ਦੇ ਨਾਲ, ਉਹਦੀ ਜ਼ੁਬਾਨ ਦੀ ਵਜ੍ਹਾ ਨਾਲ ਉਹ ਤੋਂ ਉਹ ਚੀਜ਼ ਚਲੀ ਜਾਂਦੀ ਹੈ। ਲੇਕਿਨ ਆਪਾਂ ਸਾਰੇ ਪਹਿਲੂਆਂ ਤੋਂ ਜੇ ਦੇਖੀਏ ਤਾਂ ਉਹਨੂੰ ਉਹ ਗੁੱਸਾ ਕਿਉਂ ਆਇਆ, ਜੇ ਉਹਦਾ ਕਾਰਨ ਆਪਾਂ ਖੋਜੀਏ ਤਾਂ ਸਾਨੂੰ ਸਾਰੀਆਂ ਗੱਲਾਂ ਜਾਇਜ਼ ਹੀ ਲੱਗਣਗੀਆਂ। ਪਰ ਉਹੀ ਨਾ, ਜਿਵੇਂ ਅੱਜ ਸਵੇਰੇ ਆਪਾਂ ਨੇ ਬੇਨਤੀ ਕੀਤੀ ਸੀ, ਜਿਵੇਂ ਬਾਬਾ ਜੀ ਫਰਮਾਉਂਦੇ ਹੁੰਦੇ ਆ ਕਿ ਆਪਣਾ ਦਾਇਰਾ ਸਾਨੂੰ ਜ਼ਰੂਰ ਵੱਡਾ ਕਰਨਾ ਚਾਹੀਦਾ। ਤਾਂ ਫਿਲਹਾਲ ਇਹ ਸਤਸੰਗੀ ਬਜ਼ੁਰਗ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਵੀ ਇੱਕ ਅਲੱਗ ਹੀ ਐਕਸਪੀਰੀਅੰਸ ਆ, ਲੋਟਰੀ ਵਾਲਾ ਸਿਸਟਮ ਆ। ਜੋ ਇੱਕ ਬਚਪਨ ਵਿੱਚ ਅਸੀਂ ਉਹ ਲੋਟਰੀ ਪੱਟਦੇ ਹੁੰਦੇ ਸੀਗੇ, ਜਿਹੜੀ ਇੱਕ ਛੋਟੇ ਛੋਟੇ ਜੋ ਖਿਡੌਣੇ ਮਿਲਦੇ ਹੁੰਦੇ ਆ। ਮੈਨੂੰ ਯਾਦ ਆ ਕਿ ਜਦੋਂ ਇੱਕ ਵਾਰ ਮੈਂ ਇੱਦਾਂ ਗਿਆ ਸੀ, ਬਚਪਨਾ ਸੀਗਾ, ਤਾਂ ਮੇਰੇ ਨਾਲ ਇੱਕ ਮੇਰਾ ਕਜ਼ਨ ਗਿਆ ਸੀ। ਇੱਕ ਦੁਕਾਨ 'ਤੇ ਗਏ ਸੀ, ਇੱਕ ਪਿੰਡ ਦੀ ਉਹ ਦੁਕਾਨ ਸੀਗੀ। ਤਾਂ ਉੱਥੇ ਮੈਂ ਐਂ ਖੁਸ਼ ਹੋ ਰਿਹਾ ਸੀ ਕਿ ਲੋਟਰੀ ਦਾ ਨਾਮ ਸੁਣ ਕੇ ਜਿਵੇਂ ਪਤਾ ਨਹੀਂ ਕੀ ਨਿਕਲਿਆ ਹੋਊਗਾ, ਜਹਾਜ਼ ਜਾਂ ਗੱਡੀ ਵੀ ਨਿਕਲ ਸਕਦੀ ਆ।
ਤਾਂ ਮੈਂ 10 ਰੁਪਏ ਪਤਾ ਨਹੀਂ 5 ਰੁਪਏ ਦੀ ਦੇ के वो लॉटरी पट्टी, जो पंजाबी नहीं जानता तो वो एक लॉटरी सिस्टम होता है, वो हमें वो लॉटरी की एक छोटी सी स्लिप लेनी पड़ती है। ਤਾਂ ਮੇਰਾ ਇੱਕ ਖਿਡੌਣਾ ਨਿਕਲਿਆ ਸੀ ਛੋਟਾ ਜਿਹਾ, ਪਤਾ ਨਹੀਂ ਕੀ ਸੀ, ਉਹ ਇੱਕ ਗੁਲੇਲ ਟਾਈਪ ਕੁਝ ਸੀਗਾ। ਤਾਂ ਉਹ ਬਚਪਨ ਵਿੱਚ ਹੀ ਉਹ ਐਕਸਪੀਰੀਅੰਸ ਮੈਨੂੰ ਹੋਇਆ ਸੀ, ਉੱਦਾਂ ਦਾ ਐਕਸਪੀਰੀਅੰਸ ਕਰਾ ਰਿਹਾ ਸੀ, ਐਕਸਾਈਟਮੈਂਟ ਜੀ। ਲੇਕਿਨ ਇਹ ਰੀਅਲ ਚੀਜ਼ ਹੈ, ਰੀਅਲ ਲੋਟਰੀ ਜੋ ਇਹਨਾਂ ਦੀ 6 ਕਰੋੜ ਦੀ ਜੋ ਨਿਕਲੀ ਹੈ, ਇਹ ਬਹੁਤ ਮੇਰੇ ਖਿਆਲ ਨਾਲ ਐਕਸਾਈਟਿਡ ਹੋਣਗੇ। ਅਲੱਗ ਹੀ ਐਕਸਪੀਰੀਅੰਸ ਇਹਨਾਂ ਨੂੰ ਮਿਲ ਗਿਆ ਬਜ਼ੁਰਗ ਅਵਸਥਾ ਵਿੱਚ। ਮਕਾਨ ਬਣਾਉਣ ਦੀ ਵੀ ਇਹਨਾਂ ਨੂੰ ਹੁਣ ਉਹ ਵੀ ਇੱਛਾ ਇਹਨਾਂ ਦੀ ਪੂਰੀ ਹੋਊਗੀ, ਜੋ ਇੱਕ ਅਪਡੇਸ਼ਨ ਮਿਲ ਜਾਂਦੀ ਹੁੰਦੀ ਹੈ ਬੰਦੇ ਨੂੰ, ਜਿਹਦਾ ਜਾਂ ਪਹਿਲਾਂ ਛੋਟਾ ਮਕਾਨ ਹੋਊਗਾ, ਫਿਰ ਉਹ ਅਪਡੇਟ ਕਰਕੇ ਵੱਡਾ ਬਣਾਉਂਦਾ, ਕੋਠੀ ਬਣਾ ਦਿੰਦਾ। ਇੱਦਾਂ ਦੀ ਅਪਡੇਟ ਸਾਰਿਆਂ ਨੂੰ ਪਸੰਦ ਹੁੰਦੀ ਆ। ਚੇਂਜ ਇਜ਼ ਦਾ ਲਾਅ ਆਫ ਨੇਚਰ। ਅਤੇ ਦੋਸਤੋ ਦੂਜੇ ਪਾਸੇ ਜੋ ਪਹਿਲਗਾਮ ਵਿੱਚ ਤੁਸੀਂ ਉਹ ਜੇ ਆਪਾਂ ਗੱਲ ਕਰੀਏ, ਤੁਸੀਂ ਨਿਊਜ਼ ਸਾਰਿਆਂ ਨੇ ਸੁਣੀ ਹੋਣੀ ਆ ਕਿ ਪਹਿਲਗਾਮ ਵਿੱਚ ਹਮਲਾ ਹੋਇਆ ਵਾ ਅਤੇ 27 ਤੋਂ 28 29 30 ਜਾਨਾਂ ਵੀ ਉੱਥੇ ਗਈਆਂ ਨੇ। तो दोस्तों सीधा सीधा सरकारों की नाकामी है, क्योंकि सिक्योरिटी वहाँ पे कोलैप्स हुई है। तो ये तो दोस्तों सरकार इंडिया की कैसी है हम सभी को पता है। अगर पॉजिटिव पॉइंट होंगे तो बहुत कम है, लेकिन जो ये नेगेटिव जो फेलियर्स हैं सरकार के, ये सबसे ज़्यादा हैं। तो इसी बात को लेकर अगर हम दोस्तों परमारथ में आएँ तो एक पॉइंट उठता है, वो एक कन्फ्यूज़न है। वो क्या कन्फ्यूज़न है? आई होप कि आप सभी को ये पॉइंट सुनने के बाद कन्फ्यूज़न होगी। अब देखो, जो वो मिलिटेंट ने हमला किया और जो वो वाइफ, उसके हस्बैंड को मार दिया और वाइफ को छोड़ दिया। अब यहाँ 2 पॉइंट उठते हैं, वो ये हैं कि अगर लॉजिक से, तर्क से हम देखें, एक तरफ हम ये भी कह सकते हैं, जैसे संत महात्मा कहते हैं कि ये चलो इस टाइम ये कहना तो नहीं चाहिए, लेकिन अगर हम लॉजिकली देखें, तार्किक होकर, तो ये उन बीबी जी के कर्म होंगे। और दूसरी तरफ संत महात्मा ये भी कहते हैं कि हम अपने नए कर्म बनाते हैं, इंसानी जामे में भोगते भी हैं और नए कर्म बनाते भी हैं। तो नया कर्म क्या वो मिलिटेंट ने नहीं बनाया? ये भी तो हम कह सकते हैं। जो मिलिटेंट है वो मिलिटेंट ने अपना, क्या पता उसने नया कर्म बनाया हो, और दूसरी तरफ क्या पता वो जो वाइफ थी, जो बीबी जी, क्या पता उनके वो पुराने कर्म हो, प्रारब्ध हो। तो ये कन्फ्यूज़न है। अब संत महात्मा इस बात को दोस्तों अगर आप पूछोगे तो वो कहीं ना कहीं वो टाल देते हैं, ये बात सीधा जवाब नहीं देते। अब दोस्तों बात ये आती है कि ये भी है बात, संत महात्मा ये भी कहते हैं, बाबा जी ये भी कहते हैं कि ये एक ऐसी चीज़ है, जब तक हम उस अवस्था तक नहीं पहुंचेंगे तब तक हमें पता नहीं लगेगा। इसको ऐसे शब्दों में बयान नहीं किया जा सकता। तो दोस्तों संत महात्मा तो बहुत बड़े डिप्लोमेट होते हैं, ये मैं आपको सीधी भाषा में कहूँ। लेकिन अब रियल बात आगे सुनो। ना ही संत महात्मा ऐसे ये बता सकते हैं। हाँ, जो उनके बहुत क्लोज होगा उनको वो देखकर जरूर बता देंगे कि ये क्या था, उन बीबी जी के कर्म थे या ये नया कर्म किया है वो मिलिटेंट ने। है ना दोस्तों, ये कितनी कन्फ्यूज़न। तो इसलिए बाबा जी यहाँ कहते हैं कि हमें अपने दायरे, उस मामले में, रूहानियत के मामले में भी हमें अपने दायरे जो हैं वो बड़े करने चाहिए भजन सिमरन के द्वारा, करनी के द्वारा। भजन सिमरन अगर हम उस लेवल का करेंगे तो जो ये दुनियावी दायरे, ये सारी चीज़ें उससे और ज़्यादा हमें सोझी मिलेगी। लेकिन उससे पहले जिज्ञासुओं के लिए, सीकर्स के लिए ये एक कॉन्ट्रडिक्शन है कि एक तरफ वो कहते हैं कि हमारे प्रीवियस कर्मास होते हैं पिछले जन्मों के, और एक तरफ कहते हैं कि वो नए कर्म बना रहा है। तो ये कन्फ्यूज़न, ये कॉन्ट्रडिक्शन हो सकती है, लेकिन किसी लेवल तक।
लेकिन वो संत महात्मा उस अवस्था की बात करते हैं जहाँ पहुँचकर जहाँ जाकर कोई सवाल ही नहीं रहता। तो आई होप कि कई बार कुछ ऐसे कमेंट्स आ जाते हैं जो राधा स्वामी में अभी नहीं आए, कई बार उनके ऐसे ऐसे ना कमेंट आते हैं दोस्तों, तो उनको ये जवाब ज़रूर मिल गया होगा। बहुत ज़्यादा दोस्तों वो बहस करते हैं कि ऐसा क्यों किया संत, उन्होंने ऐसा क्यों किया, ये हो गया मेरे साथ, वो हो गया। एक तरफ वो कहते हैं, कुछ राधा स्वामी बंदे जो नए नए ना, वो कह लो जो बच्चे हैं, वो ऐसे कुछ पूछते हैं, कमेंट करते हैं कई बार कि एक तरफ वो ये कहते हैं और ऑन द अदर साइड वो कहते हैं, तो उनको ये जवाब मिल गया होगा। तो मैं कई बार दोस्तों खिंच जाता हूँ ना उनसे, और फिर ऊपर से हंसते हैं। दोस्तों हंसने की बात बताऊँ ना, एक इसके दो कारण होते हैं, आज सुन लो। कुछ दोस्तों ने मुझे कहा था, दो लोग हंसते हैं, एक तो मूर्ख जो कि सबसे ज़्यादा पॉसिबिलिटीज़ होती हैं, दूसरे वो हंसते हैं दोस्तों जो होते हैं चैम्पियन, यहाँ जो संतों की भाषा में कहें, जिनके दायरे, जो वो चीज़ समझ सकते हो ना आप, जिनके दायरे बड़े होते हैं। लेकिन उनको देखकर ये पता लग जाता है कि अगर ये कैसी हंसनी है और वो कैसी हंसनी होती है, काफ़ी ज़मीन आसमान का फ़र्क मिलता है उनकी हंसनी में और उनकी हंसनी में। लेकिन वो देखने वाला ही देख सकता है कि ये क्यों हंस रहे हैं, ये अपनी मूर्खता की वजह से हंस रहे हैं, वो पता लग जाता है ईज़िली, यहाँ इनके हंसने के पीछे इनका क्या कारण है। पर जिनके दायरे बड़े नहीं होते, वो इस बात का मतलब अक्सर गलत ले लेते हैं और बुरा मान जाते हैं, वो क्योंकि कंफ्यूज हो जाते हैं। तो दोस्तों आपका क्या कहना है इस पर, जो वो मैंने एक क्वेश्चन पुट किया जो बहुत कन्फ्यूज़न वाला है, उस पर देखते हैं आप क्या कहोगे कमेंट करके। कमेंट करना चाहो उसके ऊपर, जो वो कर्मों वाली बात और एक तरफ नया कर्म, उस पर आप क्या कहना चाहते हो वो ज़रूर बता सकते हो, आपकी इच्छा है।